ਜ਼ਮੀਨ ਜੱਟ ਤੇ ਕਿਸਾਨ ਦੀ ਮਾਂ ਤੇ ਟਰੈਕਟਰ ਕਿਸਾਨ ਦਾ ਪੁੱਤ। ਤੇ ਅੱਜ ਕੱਲ੍ਹ ਕਿਸਾਨੀ ਅੰਦੋਲਨ ਦੇ ਵਿੱਚ ਉਹੀ ਪੁੱਤ ਸੜ ਰਹੇ ਨੇ। ਤੇ ਸਾਡੇ ਨਾਲ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ। ਬਰਿੰਦਰ ਜੀ, ਕੀ ਲੋੜ ਪੈ ਗਈ ਟਰੈਕਟਰ ਸਾੜਨ ਦੀ? ਇਹਨੂੰ ਟਰੈਕਟਰ ਨੂੰ ਨਾ ਵੇਖਿਆ ਜਾਵੇ, ਇੱਕ ਸਿੰਬਲ ਆ ਕਿਸਾਨੀ ਦਾ ਟਰੈਕਟਰ। ਜਿਵੇਂ ਤੁਸੀਂ ਉਸੇ ਸਿੰਬਲ ਨੂੰ ਕਹਿ ਰਹੇ ਜੱਟ ਦਾ ਪੁੱਤ। ਬਿਲਕੁਲ ਜੱਟ ਦਾ ਪੁੱਤ ਆ, ਜੱਟਾਂ ਦਾ ਜਾਨ ਆ। ਇੱਕ ਪ੍ਰੋਟੈਸਟ ਜਿਹੜਾ ਹੁੰਦਾ ਵਾ, ਪ੍ਰੋਟੈਸਟ ਦੇ ਵਿੱਚ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਅੱਗ ਲਾ ਦਿੰਦਾ ਵਾ, ਕਿਉਂ ਲਾਂਦਾ ਆਪਣੇ ਆਪ ਨੂੰ ਅੱਗ? ਇਸੇ ਕਰਕੇ ਲਾਂਦਾ ਵੀ ਮੇਰਾ ਇਹ ਪ੍ਰੋਟੈਸਟ ਆ, ਵੀ ਮੇਰੇ ਇਹ ਹਾਲਾਤ ਬਣ ਚੁੱਕੇ ਆ ਵੀ ਤੁਸੀਂ ਸਾਨੂੰ ਇਸ ਹਾਲਾਤਾਂ 'ਤੇ ਮਜਬੂਰ ਕਰਤਾ ਵੀ ਸਾਨੂੰ ਸਾਡੇ ਪੁੱਤਾਂ ਨੂੰ ਸਾਡੇ ਔਜ਼ਾਰਾਂ ਨੂੰ ਸਾੜਨ 'ਤੇ ਮਜਬੂਰ ਕਰ ਰਹੇ ਹੋ। ਔਰ ਇਹ ਮੈਸੇਜ ਦੇਣਾ ਚਾਹੁੰਦੇ ਸੀ ਅਸੀਂ ਇਸ ਮੋਦੀ ਸਰਕਾਰ ਨੂੰ, ਇਸ ਹੰਕਾਰੀ ਸਰਕਾਰ ਨੂੰ, ਵੀ ਆਹ ਹਾਲਾਤ ਆ ਕਿਸਾਨੀ ਦੇ। ਟਰੈਕਟਰ ਸਾੜਨ ਬਾਰੇ ਕਦੀ ਕੋਈ ਸੋਚ ਨਹੀਂ ਸਕਦਾ, ਕੋਈ ਗੱਲ ਨਹੀਂ ਹੋ ਸਕਦੀ। ਲੇਕਿਨ ਟਰੈਕਟਰ ਸਾੜਿਆ ਹੈਗਾ, ਨਰਿੰਦਰ ਮੋਦੀ ਵੀ ਤੜਫੁੱਟੇ, ਦਰਦ ਆਇਆ ਵੀ ਨਹੀਂ ਗਲਤ ਕੀਤਾ ਜੀ। ਉਹ ਤਾਂ ਡਰਾਮਾ ਵਾ, ਕਿਉਂਕਿ ਅਗਰ ਦਰਦ ਹੁੰਦਾ ਤੇ ਇਹਦਾ ਟਰੈਕਟਰ ਤਾਂ ਫਿਰ ਵੀ ਇੱਕ ਆਪਾਂ ਸੈਂਟੀਮੈਂਟਲ ਹੋ ਕੇ ਪੁੱਤ ਕਹਿ ਦਈਦਾ। ਉੱਥੇ ਤਾਂ ਇੱਕ ਕੁੜੀ ਹੱਥਰਸ ਵਿੱਚ ਸਾੜਤੀ ਪੁਲਿਸ ਨੇ, ਰਾਤੋਂ ਰਾਤ ਨੂੰ ਅੱਗ ਲਾ ਦਿੱਤੀ ਉਸ ਕੁੜੀ ਨੂੰ, ਮਾਂ ਪਿਓ ਦੇ ਦਰਸ਼ਨ ਨਹੀਂ ਕਰਨ ਦਿੱਤੇ, ਰੇਪ ਹੋਇਆ। ਅੱਜ ਤੱਕ ਬੋਲੇ ਨਹੀਂ ਉਸ ਕੁੜੀ ਬਾਰੇ। ਬੇਟੀਆਂ ਦੀ ਗੱਲ ਕਰਨ ਵਾਲਾ ਨਰਿੰਦਰ ਮੋਦੀ ਅੱਜ ਬੋਲਿਆ ਨਹੀਂ ਉਸ ਗੱਲ ਬਾਰੇ। ਅੱਜ ਟਰੈਕਟਰ ਸਾੜਨ ਦੇ ਉੱਤੇ ਤਾਂ ਦਵਾ ਦਵ ਬੋਲ ਪਿਆ। ਕੀ ਗੱਲ, ਉਹ ਦੇਸ਼ ਦਾ ਹਿੱਸਾ ਨਹੀਂ? ਉਹ ਕੁੜੀ ਆਪਣੇ ਦੇਸ਼ ਦੀ ਬੇਟੀ ਨਹੀਂ? ਸੋ ਇਹ ਡਬਲ ਸਟੈਂਡਰਡ ਔਰ ਡਰਾਮੇਬਾਜ਼ੀ ਆਪਣੀ ਪੋਲੀਟੀਕਲ ਰਾਜਨੀਤੀ ਨੂੰ ਸੂਟ ਕਰਨ ਵਾਸਤੇ ਆ, ਨਾ ਕਿ ਇਸ ਕਰਕੇ ਵੀ ਅਸੀਂ ਆਪਣਾ ਇਹਨਾਂ ਨੂੰ ਕੋਈ ਦਰਦ ਔਰ ਦੁੱਖ ਤਕਲੀਫ ਆ। ਜਿਹੜਾ ਟਰੈਕਟਰ ਵੀ ਅਸੀਂ ਸਾੜਿਆ ਉਹ ਇੱਕ ਸਿੰਬਲ ਫਾਰਮ ਕਿਵੇਂ ਕਿਸਾਨ ਆਪਣਾ ਜਦੋਂ ਆਪਾਂ ਪੁਤਲੇ ਫੂਕੀਦੇ ਆ ਜਾਂ ਜਦੋਂ ਆਪਾਂ ਕੁਛ ਪ੍ਰੋਟੈਸਟ ਕਰੀਦੇ ਆ, ਉਦੋਂ ਆਪਾਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੁੰਦੀ ਆ। ਆਪਾਂ ਕਣਕ ਨੂੰ ਅੱਗ ਲਾਉਣ ਤੋਂ ਰਹੇ, ਉਹ ਤਾਂ ਆਪਾਂ ਝੋਨੇ ਨੂੰ ਅੱਗ ਲਾਉਣ ਤੋਂ ਰਹੇ, ਪਰਾਲੀ ਨੂੰ ਅੱਗ ਲਾਉਣ ਤੋਂ ਰਹੇ, ਜਾ ਕੇ ਫਿਰ ਇੱਕ ਸਿੰਬਲ ਜਿਹੜਾ ਸੀਗਾ ਫਾਰਮਿੰਗ ਦਾ ਉਹ ਟਰੈਕਟਰ ਸੀਗਾ, ਔਰ ਉਸ ਚੀਜ਼ ਨੂੰ ਅਸੀਂ ਉਹ ਕੀਤਾ ਵਾ। ਤੁਸੀਂ ਇਹ ਟਰੈਕਟਰ ਸਾੜਿਆ ਹੈਗਾ, ਬੀਜੇਪੀ ਦੇ ਮੰਤਰੀ ਆ ਕੇ ਕਹਿੰਦੇ ਨੇ, ਪੰਜਾਬ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਕਾਂਗਰਸ ਜਿਹੜੀ ਪਾਰਟੀ ਆ, ਉਹਨਾਂ ਦੇ ਜਿਹੜੇ ਯੂਥ ਆ ਉਹ ਗੁੰਡਾਗਰਦੀ ਤੇ ਉੱਤਰ ਆਏ, ਗੁੰਡਾਗਰਦੀ ਬਰਦਾਸ਼ਤ ਨਹੀਂ ਹੈਗੀ। ਮੈਂ ਫਿਰ ਉਹੀ ਕਹਿ ਰਿਹਾ ਨਾ, ਯੂਪੀ ਪੁਲਿਸ ਦੀ ਗੁੰਡਾਗਰਦੀ ਸੀ। ਉਹ ਸੀ ਗੁੰਡਾਗਰਦੀ ਜਿੱਥੇ ਤੁਸੀਂ ਸਰਕਾਰੀ ਵਰਦੀਆਂ ਦੇ ਵਿੱਚ ਤੁਸੀਂ ਗੁੰਡਿਆਂ ਦੀ ਤਰ੍ਹਾਂ ਲੋਕਾਂ ਨੂੰ ਰੋਕੋ ਔਰ ਮੀਡੀਆ ਨੂੰ ਰੋਕੋ, ਮਾਂ ਪਿਓ ਨੂੰ ਫੋਨ ਟੈਪ ਕਰੋ। ਇਹ ਹੁੰਦੀ ਆ ਗੁੰਡਾਗਰਦੀ। ਅਸੀਂ ਤਾਂ ਆਪਣਾ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਅਸੀਂ ਪ੍ਰੋਟੈਸਟ ਕੀਤਾ। ਸਾਡਾ ਤਰੀਕਾ ਇਹਨਾਂ ਨੂੰ ਪਸੰਦ ਨਹੀਂ ਹੋ ਸਕਦਾ। ਭਗਤ ਸਿੰਘ ਜੀ ਦਾ ਉਸ ਦਿਨ ਬੜਾ ਪਵਿੱਤਰ ਦਿਹਾੜਾ ਸੀਗਾ। ਮੈਂ ਨਹੀਂ, ਅਸੀਂ ਕਹਿੰਦੇ ਉਹਨਾਂ ਦੀ ਤਾਂ ਸ਼ਖਸੀਅਤ ਬਹੁਤ ਵੱਡੀ ਸੀ, ਲੇਕਿਨ ਅਸੀਂ ਵੀ ਇੱਕ ਉਸ ਮੈਸੇਜ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ। ਅਸੀਂ ਗੁੰਡਾਗਰਦੀ ਕਰਨੀ ਹੁੰਦੀ ਤੇ ਅਸੀਂ ਉੱਥੇ ਹੁੱਲੜਬਾਜੀ ਕਰਦੇ, ਅਸੀਂ ਉੱਥੇ ਕੋਈ ਹੋਰ ਭਰੀ ਸੜਕ ਦੇ ਵਿੱਚ ਜਾ ਕੇ ਕਰਦੇ। ਅਸੀਂ ਸਵੇਰ ਦਾ ਟਾਈਮ ਇਸੇ ਕਰਕੇ ਚੁਣਿਆ ਜਦੋਂ ਉੱਥੇ ਰਸ਼ ਨਹੀਂ ਸੀਗਾ, ਜਦੋਂ ਉੱਥੇ ਇੱਕ ਮੈਸੇਜ ਜਾ ਸਕਦਾ ਸੀ। ਉਹ ਸੁੱਤੀ ਹੋਈ ਸਰਕਾਰ ਨੂੰ ਅਸੀਂ ਜਗਾ ਸਕਦੇ ਔਰ ਮੀਡੀਆ ਨੂੰ ਵੀ ਜਗਾ ਸਕਦੇ। ਅੰਗਰੇਜ਼ਾਂ ਦੀ ਸਰਕਾਰ ਦੇ ਵਿੱਚ ਔਰ ਨਰਿੰਦਰ ਮੋਦੀ ਦੀ ਸਰਕਾਰ 'ਚ ਕੋਈ ਫਰਕ ਨਹੀਂ। ਉਹ ਵੀ ਇੱਕ ਉਹ ਸਰਕਾਰ ਸੀ ਜੋ ਆਪਣੀ ਕਾਰਪੋਰੇਟ ਅਦਾਰਿਆਂ ਨੂੰ ਔਰ ਪ੍ਰੋਫਿਟ ਮੇਕਿੰਗ ਨੂੰ ਔਰ ਇੱਥੋਂ ਪੈਸਾ ਕੱਢ ਕੇ ਇੰਗਲੈਂਡ ਲੈ ਕੇ ਜਾਂਦੀ ਸੀ। ਇਹ ਵੀ ਦੇਸ਼ ਦਾ ਪੈਸਾ ਕੱਢ ਕੇ, ਇਹ ਵੀ ਦੇਸ਼ ਦਾ ਪੈਸਾ ਕੱਢ ਕੇ, ਦੇਸ਼ ਦੇ ਲੋਕਾਂ ਦਾ, ਗਰੀਬਾਂ ਦਾ ਪੈਸਾ ਕੱਢ ਕੇ ਆਪਣੇ ਕਾਰਪੋਰੇਟ ਦੋਸਤਾਂ ਨੂੰ ਦੇਣ ਦੀ ਗੱਲ ਕਰਦੇ ਆ। ਔਰ ਇਹੀ ਇਸ ਦੋਵੇਂ ਸਰਕਾਰਾਂ ਦਾ ਬਿਲਕੁਲ ਮਤਲਬ ਆਪਾਂ ਕਹਾਂਗੇ ਸਿਮਿਲਰ ਆ। ਉਹਨਾਂ ਤੋਂ ਦੇਸ਼ ਨੂੰ ਆਜ਼ਾਦੀ ਇਸੇ ਕਰਕੇ ਚਾਹੀਦੀ ਸੀ ਕਿਉਂਕਿ ਦੇਸ਼ ਵਾਸੀਆਂ ਦਾ ਕੋਈ ਭਲਾ ਨਹੀਂ ਹੋ ਰਿਹਾ ਸੀਗਾ, ਲੇਕਿਨ ਸਿਆਸਤਦਾਨ ਸਰਕਾਰਾਂ ਦਾ, ਗੋਰਿਆਂ ਦਾ ਭਲਾ ਹੋ ਰਿਹਾ ਸੀਗਾ। ਔਰ ਅੱਜ ਵੀ ਉਹੀ ਹੋ ਰਿਹਾ, ਇਹਨਾਂ ਦੇ ਦੋਸਤਾਂ ਦਾ ਭਲਾ ਹੋ ਰਿਹਾ, ਸਾਡਾ ਕੋਈ ਨਹੀਂ। ਜਿਹੜਾ ਇਲਜ਼ਾਮ ਲੱਗੇ ਨੇ ਤੁਹਾਡੀ ਪਾਰਟੀ ਤੇ, ਤਰਨ ਚੋਂ ਕਹਿ ਰਹੇ ਨੇ ਕਿ ਹੁਣ ਬਰਦਾਸ਼ਤ ਨਹੀਂ ਹੋਏਗਾ, ਕਾਂਗਰਸ ਦੇ ਲੋਕ ਆਉਣਗੇ ਤੇ ਆਪਣੇ ਪੈਰੀ ਲੇਕਿਨ ਜਾਣਗੇ ਸਟ੍ਰੈਚਰ ਤੇ ਜੀ। ਕੋਈ ਨਾ, ਵਹਿਮ ਭੁਲੇਖੇ ਕੱਢ ਦਾਂਗੇ। ਪਹਿਲਾਂ ਤੁਸੀਂ ਸਾਡੀ ਤਾਂ ਬਾਅਦ 'ਚ ਹੀ ਗੱਲ ਕਰੋ। ਤੁਸੀਂ ਆਪ ਤਾਂ ਨਿਕਲੋ ਮਾੜਾ ਜਿਹਾ ਸੜਕਾਂ 'ਤੇ ਜਾਓ ਤਾਂ ਸਹੀ ਪਿੰਡਾਂ 'ਚ, ਉਹ ਲੋਕੀ ਦੱਸਣਗੇ ਤੁਹਾਨੂੰ ਉਹਨਾਂ ਨੇ ਗੱਡੀਆਂ 'ਤੇ ਭੇਜਣਾ ਕਿ ਸਟ੍ਰੈਚਰਾਂ 'ਤੇ ਭੇਜਣਾ। ਸੋ ਇਸ ਕਰਕੇ ਇਹੋ ਜਿਹੀ ਫੋਕੀਆਂ ਧਮਕੀਆਂ ਦੇਣਾ ਬੰਦ ਕਰਨ। ਉਹਨਾਂ ਦਾ ਸਟ੍ਰੈਚਰ ਬਹੁਤ ਵੱਡਾ ਵਾ, ਬੀਜੇਪੀ ਦੇ ਨੈਸ਼ਨਲ ਲੀਡਰ ਆ, ਲੇਕਿਨ ਕਹਿਣ ਦਾ ਇਹੀ ਭਾਵ ਆ ਵੀ ਤੁਸੀਂ ਸੋਚ ਸਮਝ ਕੇ ਬੋਲੋ। ਤੁਹਾਨੂੰ ਇਹ ਚੀਜ਼ਾਂ ਹੰਕਾਰੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀਆਂ। ਟਰੈਕਟਰ ਦੇ ਮਸਲੇ ਵਿੱਚ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ ਹੈਗੀ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਟਰੈਕਟਰ ਰੈਲੀ ਕੱਢਣੇ, ਤੁਸੀਂ ਵੀ ਟਰੈਕਟਰ ਰੈਲੀ ਨੂੰ, ਰਾਹੁਲ ਗਾਂਧੀ ਵੀ, ਲੋਕ ਟਰੈਕਟਰ 'ਤੇ ਚੜ੍ਹੇ ਵੇਖਣਗੇ। ਇਹ ਟਰੈਕਟਰ ਰੈਲੀ ਦਾ ਜਿਹੜਾ ਕਲਚਰ ਜੇ ਪੈਦਾ ਕੀਤਾ, ਇੱਕ ਦੂਜੇ ਨੂੰ ਹੋੜ ਦੀ ਸ਼ੁਰੂ ਹੋ ਚੁੱਕੀ ਹੈ। ਕਿਸਾਨਾਂ ਦੀ ਕਿਉਂ ਨਹੀਂ ਅਗਵਾਈ ਮੰਨਦੀਆਂ ਸਾਰੀਆਂ ਪਾਰਟੀਆਂ ਜੀ? ਕਿਸਾਨ ਕਿਉਂ ਨਹੀਂ ਜਿਹੜਾ ਆਪਣਾ ਪ੍ਰੋਗਰਾਮ ਲੀਕਦੇ ਨੇ, ਪਾਰਟੀਆਂ ਆਪਣਾ ਪ੍ਰੋਗਰਾਮ ਲੀਕ ਲੈਂਦੀਆਂ ਹੈਗੀਆਂ? ਇੱਕ ਇਲਜ਼ਾਮ ਲੱਗ ਰਹੇ ਨੇ ਕਿ ਹਾਈਜੈਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਸਾਨਾਂ ਦੇ ਸੰਘਰਸ਼ ਨੂੰ।
ਮੈਂ ਹੁਣੇ ਵੀ ਭਾਜੀ ਗੱਲ ਕਰ ਰਹੀ, ਤੁਸੀਂ ਵੀ ਬੜੇ ਲੰਮੇ ਸਮੇਂ ਤੋਂ ਪੱਤਰਕਾਰੀ ਕਰਦੇ ਹੋ, ਬੜੇ ਤੁਸੀਂ ਵਰਿਸ਼ਟ ਪੱਤਰਕਾਰ ਹੋ। ਕਦੀ ਮੈਂ ਵੇਖਿਆ ਨਹੀਂ ਕਿਸੇ ਕਿਸਾਨ ਯੂਨੀਅਨ ਦੇ ਕਿਸੇ ਪ੍ਰਧਾਨ ਦੀ ਕਿਸੇ ਨੇ ਕੋਈ ਇੰਟਰਵਿਊ ਕੀਤੀ ਹੋਵੇ, ਕਦੀ ਕਿਸੇ ਮੀਡੀਆ ਨੇ ਕਿਸਾਨ ਯੂਨੀਅਨ ਨੂੰ ਕਿਤੇ ਸਪੇਸ ਦਿੱਤੀ ਹੋਵੇ। ਅੱਜ ਉਹ ਮੁੱਦਾ ਇਸ ਕਰਕੇ ਭਣਪ ਰਿਹਾ ਵਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਟੈਂਡ ਲਿੱਤਾ। ਉਸ ਸਟੈਂਡ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਨੂੰ ਸਟੈਂਡ ਲੈਣਾ ਪਿਆ। ਸਿਆਸੀ ਪਾਰਟੀਆਂ ਸੜਕ ਤੇ ਆਈਆਂ। ਸਿਆਸੀ ਪਾਰਟੀਆਂ ਦਾ ਇੱਕ ਕੱਦ ਹੁੰਦਾ, ਇੱਕ ਜਥੇਬੰਦੀ ਹੁੰਦੀ, ਇੱਕ ਆਰਗੇਨਾਈਜ਼ਡ ਢਾਂਚਾ ਹੁੰਦਾ। ਕਿਸਾਨ ਯੂਨੀਅਨਾਂ ਨੂੰ ਤਾਂ ਵੀ ਜਦਨ ਢਾਂਚਾ ਇੱਕ ਆਰਗੇਨਾਈਜ਼ਡ ਹੋਊਗਾ, ਸਾਰੇ ਉਹਨਾਂ ਦੇ ਮਗਰ ਲੱਗਣ ਨੂੰ ਤਿਆਰ ਹੋਣਗੇ। ਕੈਪਟਨ ਨੇ ਇੱਕ ਸਟੈਂਡ ਤੇ ਇਹ ਲਿਆ ਨਾ, ਪਹਿਲਾਂ ਕੇਸ ਦਰਜ ਕਰਦੇ ਸੀ ਸਰਕਾਰ ਨੇ, ਹੁਣ ਕੇਸ ਵਾਪਸ ਲੈ ਲਏ। ਕੈਪਟਨ ਨੂੰ ਤੇ ਸਟੈਂਡ ਬਦਲਣਾ ਪਿਆ ਨਾ ਜੀ। ਕਾਹਦਾ ਸਟੈਂਡ ਹੈਗਾ? ਦੇਖੋ, ਇੱਕ ਕਰੋਨਾ ਮਹਾਮਾਰੀ ਵੀ ਸੀ, ਅਸੀਂ ਇੱਕ ਅਰਾਜਕਤਾ ਵੀ ਨਹੀਂ ਫੈਲਣਾ ਦੇਣਾ ਚਾਹੁੰਦੇ। ਕੈਪਟਨ ਸਾਹਿਬ ਨੇ ਜੋ ਸਟੈਂਡ ਲਿੱਤਾ ਉਹ ਇਸ ਬਿੱਲ ਦੇ ਵਿਰੋਧ ਦੇ ਵਿੱਚ ਪਹਿਲੇ ਦਿਨ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਸੀ। ਕਿਸਾਨ ਜਥੇਬੰਦੀਆਂ ਨੂੰ ਆਪਾਂ ਨੂੰ ਇਹ ਕਹਿਣਾ ਨਹੀਂ ਚਾਹੀਦਾ, ਲੇਕਿਨ ਸ਼ਾਇਦ ਕਦੀ ਕਿਸੇ ਨੇ ਉਨੀ ਸਪੇਸ ਨਹੀਂ ਦਿੱਤੀ। ਅਗਰ ਕੈਪਟਨ ਸਾਹਿਬ ਔਰ ਜਾਖੜ ਸਾਹਿਬ ਇਸ ਲੜਾਈ ਨੂੰ ਨਾ ਲੜਦੇ ਤਾਂ ਅਕਾਲੀ ਦਲ ਤਾਂ ਇਸ ਲੜਾਈ ਨੂੰ ਵਧੀਆ ਮੰਨੀ ਜਾ ਰਹੀ ਸੀ। ਉਹ ਤਾਂ ਬਿੱਲ ਨੂੰ ਪਾਰਿਤ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਸੀ। ਇਹ ਤਾਂ ਜਾਖੜ ਸਾਹਿਬ ਨੇ, ਕੈਪਟਨ ਸਾਹਿਬ ਨੇ ਇਸ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਂਦਾ ਔਰ ਫਿਰ ਜਾ ਕੇ ਲੋਕੀ ਜਾਗੇ, ਫਿਰ ਕਲਾਕਾਰ ਜਾਗੇ, ਫਿਰ ਸਿਵਲ ਸੁਸਾਇਟੀ ਜਾਗੀ, ਫਿਰ ਜਾ ਕੇ ਇੱਕ ਮੂਵਮੈਂਟ ਬਣੀ। ਯੂਥ ਕਾਂਗਰਸ ਨੇ ਆਪਣਾ ਯੋਗਦਾਨ ਪਾਇਆ, ਹਰ ਪਾਰਟੀ ਨੇ ਆਪਣਾ ਆਪਣਾ ਯੋਗਦਾਨ ਪਾਇਆ, ਲੇਕਿਨ ਇਹਦੇ ਵਿੱਚ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਵੀ ਇਹ ਚੀਜ਼ ਬਣੀ ਕਿਵੇਂ। ਇਹ ਕੋਈ ਰਾਤੋਂ ਰਾਤ ਤੱਕ ਖੜਾ ਨਹੀਂ ਹੋ ਗਿਆ ਅੰਦੋਲਨ। ਇਹ ਤਾਂ ਇੱਕ ਅੰਦੋਲਨ ਦੀ ਸ਼ੇਪ ਦੇ ਆਉਣ ਦੇ ਵਿੱਚ ਸਿਆਸੀ ਪਾਰਟੀਆਂ ਦਾ ਬੜਾ ਵੱਡਾ ਰੋਲ ਰਿਹਾ। ਕਿਸਾਨ ਯੂਨੀਅਨ ਸ਼ਾਇਦ ਇਸ ਸਿਆਸੀ ਇੰਨਾ ਵੱਡਾ ਲੈਵਲ ਨਾ ਬਣਾ ਪਾਉਂਦੀਆਂ ਜੋ ਰਾਹੁਲ ਗਾਂਧੀ ਜੀ ਦੇ ਔਰ ਇਹ ਵੱਡੇ ਲੀਡਰਾਂ ਦੇ ਆਉਣ ਨਾਲ ਇਸ ਚੀਜ਼ ਦਾ ਮੁੱਲ ਬਣਦਾ। ਔਰ ਸਰਕਾਰਾਂ ਨੂੰ ਹਿਲਾਉਣ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ, ਨੈਸ਼ਨਲ ਮੀਡੀਆ ਜ਼ਰੂਰੀ ਆ, ਨਹੀਂ ਤਾਂ ਸਰਕਾਰ ਨੂੰ ਕੋਈ ਫਰਕ ਨਹੀਂ ਰਾਹੁਲ ਪੈਂਦਾ। ਗਾਂਧੀ ਦਾ ਪੰਜਾਬ ਆਉਣਾ ਜ਼ਿਆਦਾ ਜ਼ਰੂਰੀ ਹੈਗਾ ਜੀ ਕਿਸਾਨਾਂ ਦੇ ਮਸਲੇ ਦੇ ਵਿੱਚ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਲੈ ਕੇ ਜਾਣ ਤੋਂ ਪਹਿਲਾਂ ਇੱਕ ਵਾਰ ਰਾਹੁਲ ਜੀ ਦਾ ਵੀ ਆਉਣਾ ਇੱਥੇ ਜ਼ਰੂਰੀ ਸੀ। ਕਿਸਾਨਾਂ ਦੇ ਵਿੱਚ ਆ ਕੇ ਉਹਨਾਂ ਦੀ ਗੱਲ ਸੁਣਨਗੇ, ਉਹਨਾਂ ਦੀ ਗੱਲ ਕਰਨਗੇ, ਉਹਨਾਂ ਦੇ ਜ਼ਮੀਨੀ ਹਾਲਾਤ ਨੂੰ ਵੇਖਣਗੇ ਔਰ ਫਿਰ ਜਾ ਕੇ ਜਦੋਂ ਉਹ ਗੱਲ ਕਰਨਗੇ ਤੇ ਉਹ ਹੋਰ ਜ਼ੋਰ ਨਾਲ ਔਰ ਇੱਕ ਕ੍ਰੈਡੀਬਿਲਟੀ ਨਾਲ ਔਰ ਇੱਕ ਸਪੋਰਟ ਨਾ ਕਰ ਸਕਣਗੇ। ਅਗਰ ਉੱਥੋਂ ਦਿੱਲੀ ਬੈਠੇ ਕਾਲ ਦੇ ਦਈਏ ਵੀ ਆ ਜਾਓ ਤੁਸੀਂ ਸਾਰੇ ਦਿੱਲੀ, ਫਿਰ ਉਹ ਗੱਲ ਦਾ ਮੁੱਲ ਨਹੀਂ ਬਣਦਾ। ਅੱਜ ਉਹ 3 ਦਿਨ ਇੱਥੇ ਕਿਸਾਨਾਂ ਦੇ ਵਿੱਚ ਚੱਲ ਕੇ ਉਹਨਾਂ ਦੇ ਨਾਲ ਜਾ ਕੇ ਇਹਨੂੰ ਅੱਗੇ ਤੱਕ ਲੈ ਕੇ ਜਾਵਾਂਗੇ। ਅੱਛਾ, ਅਕਾਲੀ ਦਲ ਵੀ ਕਹਿ ਰਹੇ, ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਹੈਗੀ ਕਿ ਕਾਂਗਰਸ ਪਾਰਟੀ ਕਿਸ ਸਮੂਹ ਦੇ ਨਾਲ ਕਹਿ ਰਹੇ ਨੇ। ਰਾਜ ਸਭਾ ਚੋਂ ਵੀ ਭੱਜ ਗਏ ਨੇ। 2017 ਦੇ ਵਿੱਚ ਪੰਜਾਬ ਕਾਂਗਰਸ ਦਾ ਚੋਣ ਘੋਸ਼ਣਾ ਪੱਤਰ ਦੇ ਵਿੱਚ ਹੀ ਇਹੀ ਐਕਟ 2019 ਦੀਆਂ ਲੋਕ ਸਭਾ ਨੂੰ ਲੈ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਹੀ ਕਾਂਗਰਸ ਪਾਰਟੀ ਦਾ ਨੈਸ਼ਨਲ ਪੱਧਰ ਤੇ ਉਹ ਐਕਟ ਸੀ, ਅਸੀਂ ਲਾਗੂ ਕਰਤਾ। ਨਹੀਂ, ਬਹੁਤ ਜ਼ਮੀਨ ਅਸਮਾਨ ਦਾ ਫਰਕ ਆ, ਝੂਠ ਬੋਲਦੇ ਆ। ਉਹ APMC ਐਕਟ ਦੇ ਵਿੱਚ ਉਹਨਾਂ ਨੇ ਫਾਰਮਰ ਮਾਰਕੀਟ ਬਣਾਉਣ ਦੀ ਗੱਲ ਕੀਤੀ ਸੀ। ਅਗਰ ਮੰਡੀਆਂ ਹਟਾ ਰਹੇ ਸੀ ਤੇ ਉਹਨੂੰ ਫਾਰਮਰ ਮਾਰਕੀਟ ਬਣਾ ਰਹੇ ਸੀ। ਇਹ ਉਹ ਫਾਰਮਰ ਮਾਰਕੀਟ ਤਾਂ ਬਣਾ ਨਹੀਂ ਰਹੇ, ਲੇਕਿਨ ਕਾਰਪੋਰੇਟ ਅਦਾਰਿਆਂ ਨੂੰ ਬਸ ਉਹ ਵੇਚਣ ਦੀ ਗੱਲ ਕਰ ਰਹੇ ਆ। ਮਸਲਾ ਉਸ ਐਕਟ ਦੇ ਵਿੱਚ ਔਰ ਇਸ ਐਕਟ ਵਿੱਚ ਜ਼ਮੀਨ ਅਸਮਾਨ ਦਾ ਫਰਕ। ਉਹਦੇ ਵਿੱਚ ਸਰਕਾਰ ਦੀ ਰੋਲ ਖਤਮ ਨਹੀਂ ਕੀਤਾ ਗਿਆ ਸੀ। ਇਹਨਾਂ ਨੇ ਜਮ੍ਹਾਂ ਸਰਕਾਰ ਦਾ ਰੋਲ ਖਤਮ ਕਰਤਾ। ਇਹਨਾਂ ਨੇ FCI ਨੂੰ ਖਤਮ ਕਰਨ ਦੀ ਗੱਲ ਕੀਤੀ। ਇਹਨਾਂ ਨੇ MSP ਨੂੰ ਅਗਰ ਇੰਨਾ ਹੀ ਇਹ ਸ਼ੋਰ ਆ ਤੇ ਉਹਨੂੰ ਐਕਟ ਵਿੱਚ ਅਗਰ ਲਿਖ ਦਿੰਦੇ ਤੇ ਲੋਕਾਂ ਦਾ ਇੱਕ ਵਿਸ਼ਵਾਸ ਬਣ ਜਾਂਦਾ। ਲੇਕਿਨ ਇਹ ਇਹਨਾਂ ਦੀ ਜਿਹੜੀ ਹਿਡਨ ਇੰਟੈਂਸ਼ਨ ਆ, ਆਰਡੀਨੈਂਸ ਲੈ ਕੇ ਆਉਣਾ, ਫਿਰ ਉਹਨੂੰ ਲਾਗੂ ਕਰਾਉਣਾ, ਇਹਦੇ ਪਿੱਛੇ ਬੜੇ ਮਨਸੂਬੇ ਜਿਹੜੇ ਆ ਉਹ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਅੱਗੇ ਕਲੀਅਰ ਹੋਣਗੇ ਔਰ ਫਿਰ ਇਹ ਸਾਰੀ ਚੀਜ਼ ਦੀ ਜਿਹੜੀ ਪਛਾਣ ਆ, ਜਿਹੜੀ ਗੱਲਬਾਤ ਆ, ਉਹ ਲੋਕਾਂ ਦੇ ਅੱਗੇ ਤਤਪਰ ਹੋਊਗੀ ਔਰ ਫਿਰ ਲੋਕੀ ਉਦੋਂ ਸ਼ਾਇਦ ਸਮਾਂ ਲੰਘ ਚੁੱਕਾ ਹੋਊਗਾ, ਉਦੋਂ ਆਪਾਂ ਕੁਝ ਕਰ ਨਹੀਂ ਪਾਵਾਂਗੇ। ਇਸੇ ਕਰਕੇ ਅੱਜ ਇਸ ਸੰਘਰਸ਼ ਨੂੰ ਹੋਰ ਯਤਨਸ਼ੀਲ ਕਰਨਾ ਔਰ ਹੋਰ ਇਸ ਨੂੰ ਤਗੜਾ ਕਰਨ ਦੀ ਲੋੜ ਆ ਤਾਂ ਕਿ ਇਹ ਚੀਜ਼ਾਂ ਤੋਂ ਸਰਕਾਰ ਭੱਜ ਨਾ ਸਕੇ ਔਰ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋ। ਸੈਂਟਰ 'ਚ ਕਾਂਗਰਸ ਪਾਰਟੀ ਦੀ ਸਰਕਾਰ ਬੰਦੀ 2024 'ਚ ਐਕਟ ਰੱਦ ਕੀਤੇ ਜਾਣਗੇ। ਰਾਹੁਲ ਜੀ ਆਉਣਗੇ, ਰਾਹੁਲ ਜੀ ਨਾਲ ਗੱਲ ਕੀਤੀ ਜਾਊਗੀ ਔਰ ਉਮੀਦ ਕਰਦੇ ਹਾਂ ਰਾਹੁਲ ਜੀ ਅਨਾਉਂਸਮੈਂਟ ਕਰਕੇ ਜਾਣਗੇ। ਤਾਂ ਲੱਗਦਾ ਨਹੀਂ ਕਿ ਉਹ ਹੁਣ ਹੀ ਕਰ ਦੇਣੀ ਚਾਹੀਦੀ ਹੈਗੀ ਸੀ, ਕਦੋਂ ਦਾ ਸੰਘਰਸ਼ ਚੱਲ ਰਿਹਾ ਹੈਗਾ ਜੀ। ਨਹੀਂ, ਸੰਘਰਸ਼ ਦਾ ਕੋਈ ਫਾਇਦਾ ਨਹੀਂ ਨਾ ਭਾਜੀ। 2024 'ਚ ਸਾਡੀ ਸਰਕਾਰ ਆਉਣ ਨੂੰ ਬਹੁਤ ਟਾਈਮ ਪਿਆ ਸੀ, ਕਰਨਾ ਕੋਈ ਸੰਘਰਸ਼ ਨੂੰ ਥੋੜ੍ਹਾ ਉਹ ਅਸੀਂ ਫਿਰ ਕੀ ਕਰਾਂਗੇ। ਇਹ ਤਾਂ ਕੋਈ ਕਹਿਣ ਦੀ ਵੀ ਮੋਦੀ ਨੇ 2014 'ਚ ਕਹਿਤਾ ਸੀ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਡਬਲ ਕਰ ਦਾਂਗੇ। ਉਹ ਸਰਕਾਰ ਵਿੱਚ ਸੀਗੇ, ਸਰਕਾਰ 'ਚ ਕਹਿਣਾ ਸੌਖਾ ਰਹਿੰਦਾ ਵਾ। ਅਗਰ ਅਸੀਂ ਇਹੀ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਰਾਹੁਲ ਜੀ ਇਸ ਗੱਲ ਨੂੰ 100% ਸਾਨੂੰ ਯਕੀਨ ਆ ਕਹਿ ਕੇ ਜਾਣਗੇ, ਲੇਕਿਨ ਅਸੀਂ ਉਹਨੂੰ ਪਹਿਲੋਂ ਨਹੀਂ ਕਹਿਣਾ ਚਾਹੁੰਦੇ। ਆਉਣ ਵਾਲੇ ਸਮੇਂ 'ਚ ਰਾਹੁਲ ਜੀ ਜਦੋਂ ਆਉਣਗੇ ਤੇ ਇਸ ਗੱਲ ਬਾਰੇ ਜ਼ਰੂਰ ਵਿਚਾਰ ਦੇ ਕੇ ਜਾਣਗੇ। ਤੁਹਾਨੂੰ ਲੱਗਦਾ ਨਹੀਂ ਜਿਹੜਾ ਕਿਸਾਨਾਂ ਦਾ ਮਸਲਾ ਹੈਗਾ ਉਹ ਪੰਜਾਬ ਦੀਆਂ ਸਾਰੀਆਂ ਧਿਰਾਂ ਦੇ ਨਾਲ ਤੁਸੀਂ ਟਰੈਕਟਰ ਰੈਲੀ ਕਰ ਰਹੇ, ਸੰਘਰਸ਼ ਕਰ ਰਹੇ ਨੇ, ਅਕਾਲੀ ਦਲ ਸੜਕਾਂ ਤੇ ਆ ਗਿਆ, ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਜਾ ਕੇ ਗ੍ਰਾਮ ਸਭਾ ਬੁਲਾ ਰਹੀ ਹੈ। ਇਹ 2022 ਰਹਿ ਗਈ ਟਾਰਗੇਟ, ਪੋਲੀਟੀਕਲ ਪਾਰਟੀਆਂ ਦੇ ਕਿਸਾਨ ਪਿੱਛੇ ਰਹਿ ਗਏ ਨੇ।
ਇਹ ਕਿਸਾਨ ਵੀ ਤਾਂ ਆਮ ਸਿਆਸੀ ਪਾਰਟੀਆਂ ਦਾ ਹਿੱਸਾ ਵਾ। ਉਹ ਕੋਈ ਸਿਆਸੀ ਪਾਰਟੀਆਂ ਕੋਈ ਬਾਹਰਲੀਆਂ ਪਾਰਟੀਆਂ ਥੋੜਾ, ਉਹ ਵੀ ਤਾਂ ਪੰਜਾਬ ਦਾ ਹੀ ਹਿੱਸਾ, ਪੰਜਾਬ ਦਾ ਵੱਡਾ ਹਿੱਸਾ ਵਾ, ਨਾਲੇ ਛੋਟਾ ਹਿੱਸਾ ਨਹੀਂ ਆ। ਵੱਡੇ ਜਥੇਬੰਦੀਆਂ, ਵੱਡੇ ਹਿੱਸੇ ਆ। ਤੁਸੀਂ ਸਿਆਸੀ ਪਾਰਟੀਆਂ ਨੂੰ ਨਕਾਰ ਕੇ ਅਗਰ ਕੋਈ ਫੈਸਲਾ ਕਰੋਗੇ, ਮੇਰੇ ਹਿਸਾਬ ਨਾਲ ਪੋਸੀਬਲ ਨਹੀਂ ਹੈਗਾ। ਸਿਆਸੀ ਪਾਰਟੀਆਂ ਤੋਂ ਬਾਹਰ ਹੋ ਕੇ ਫੈਸਲੇ ਹੋਣੇ ਪੋਸੀਬਲ ਨਹੀਂ ਹੈਗੇ, ਕਿਉਂਕਿ ਇੰਨੀ ਸਪੇਸ ਔਰ ਇੰਨੇ ਲੋਕਾਂ ਦੇ ਵਿੱਚ ਉਹਨਾਂ ਦੀ ਪਕੜ ਨਹੀਂ ਹੁੰਦੀ। ਠੀਕ ਹੈ, ਇੱਕ ਮਾੜਾ ਮੋਟਾ ਫੇਸਬੁੱਕ ਤੇ ਜ਼ਰੂਰ ਚੱਲ ਜਾਂਦਾ ਉਹ ਸਭ ਕੁਝ, ਲੇਕਿਨ ਅਗਰ ਸਿਆਸੀ ਪਾਰਟੀਆਂ ਨੂੰ ਤੁਸੀਂ ਨਕਾਰੋਗੇ, ਸਿਆਸੀ ਪਾਰਟੀਆਂ ਦੀ ਤਾਕਤ ਆ, ਸਿਆਸੀ ਪਾਰਟੀਆਂ ਦੇ ਵਿੱਚ ਇੱਕ ਹੌਸਲਾ ਵਾ, ਇੱਕ ਕੈਡਰ ਆ, ਔਰ ਉਸ ਚੀਜ਼ ਨੂੰ ਤੁਸੀਂ ਨਕਾਰ ਕੇ ਨਹੀਂ ਕਰ ਸਕਦੇ। ਹਾਂ, ਹੁਣ ਆਮ ਆਦਮੀ ਕੋਲ ਹੋਰ ਕੋਈ ਜ਼ਰੀਆ ਨਹੀਂ ਸੀ, ਕਿਉਂਕਿ ਉਹਨਾਂ ਕੋਲ ਕੈਡਰ ਨਹੀਂ ਹੈਗਾ, ਉਹ ਪਿੰਡਾਂ ਵੱਲ ਨੂੰ ਚੱਲ ਪਏ ਆ। ਸੋ ਹਰ ਪਾਰਟੀ ਇੱਥੇ ਅਕਾਲੀ ਦਲ ਔਰ ਕਾਂਗਰਸ ਕੋਲ ਕੈਡਰ ਹੈਗਾ, ਤਗੜਾ ਕੈਡਰ ਆ, ਔਰ ਉਹ ਉਸ ਪਾਸੇ ਨੂੰ ਇਕੱਠਾਂ ਵੱਲ ਨੂੰ ਚੱਲ ਪਏ ਆ। ਲੇਕਿਨ ਮਕਸਦ ਸਾਰਿਆਂ ਦਾ ਇਹੀ ਆ ਵੀ ਇਸ ਖੇਤੀ ਕਾਨੂੰਨ ਨੂੰ ਆਪਾਂ ਵਾਪਸ ਕਰਾਈਏ, ਔਰ ਉਹ ਅਸੀਂ ਕੋਸ਼ਿਸ਼ ਦੇ ਵਿੱਚ ਤਾਂ ਹੀ ਕਾਮਯਾਬ ਹੋਵਾਂਗੇ ਅਗਰ ਕਿਸਾਨ ਜਥੇਬੰਦੀਆਂ ਅੱਗੇ ਲੱਗ ਕੇ ਦਿੱਲੀ ਵੱਲ ਨੂੰ ਚੱਲਣਗੀਆਂ। ਅਸੀਂ ਉੱਥੇ ਹਰ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਲੰਗਰ ਪਾਣੀ ਹਰ ਚੀਜ਼ ਸੇਵਾ ਕਰਾਂਗੇ, ਔਰ ਫਿਰ ਇਸ ਮਾਹੌਲ ਨੂੰ ਬਣਾਵਾਂਗੇ। ਜਿਹੜੇ ਯੂਥ ਦੀ ਗੱਲ, ਯੂਥ ਸੜਕਾਂ 'ਚ ਆਇਆ, ਪਹਿਲੇ ਉਹੀ ਯੂਥ ਆ। ਉਦੋਂ ਤੋਂ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਆ ਕੇ ਨਸ਼ੇੜੀਆਂ ਦੀ ਗੱਲ ਕੀਤੀ। ਹੁਣ ਉਹ ਕਹਿ ਰਹੇ ਕਿ ਉਹੀ ਨਸ਼ੇੜੀ ਸੜਕਾਂ 'ਤੇ ਉਹੀ ਆਪਣੀ ਮਾਂ ਨੂੰ ਬਚਾਉਣ ਦੀ ਖਾਤਰ ਹਰ ਸੰਘਰਸ਼ ਕਰਨ ਨੂੰ ਤਿਆਰ ਨੇ। ਉਹ ਬਹੁਤ ਜ਼ਿਆਦਾ ਤੱਤੇ ਹੋਏ ਪਏ ਨੇ ਜੀ। ਚਲੋ ਭਾਜੀ, ਮੈਂ ਤਾਂ ਇਹ ਕਹੂੰਗਾ ਵੀ ਵਧੀਆ ਗੱਲ ਆ ਗਰਮ ਹੋ ਕੇ, ਔਰ ਇਸ ਚੀਜ਼ ਨੂੰ ਨਹੀਂ ਕਰਨਾ ਚਾਹੀਦਾ। ਲੇਕਿਨ ਉਹੀ ਗੱਲ ਆ ਨਾ, ਇਹ ਸੰਘਰਸ਼ ਇੱਥੇ ਫੇਸਬੁੱਕਾਂ 'ਤੇ ਔਰ ਇੱਥੇ ਬਹਿ ਕੇ ਨਹੀਂ ਹੁੰਦਾ। ਉੱਥੇ ਵਰਦੀਆਂ ਡਾਂਗਾਂ ਦੇ ਵਿੱਚ ਜਦੋਂ ਜਾ ਕੇ ਖੜਨਾ ਪੈਂਦਾ, ਜਾਂ ਜਦੋਂ ਉੱਥੇ ਕੇਸ ਹੁੰਦੇ ਆ, ਜਾਂ ਜਦੋਂ ਉੱਥੇ ਪ੍ਰਦਰਸ਼ਨ ਕਰੀਦੇ ਆ, ਉੱਥੇ ਕੋਈ ਆਪਣੇ ਨਹੀਂ ਬਗਾਨੇ ਨਹੀਂ। ਉੱਥੇ ਕੈਪਟਨ ਸਾਹਿਬ ਵਾਂਗੂ ਕਿਸੇ ਨੇ ਕਹਿ ਨਹੀਂ ਦੇਣਾ ਵੀ ਕੇਸ ਵਾਪਸ ਲੈ ਲਓ। ਅਸੀਂ ਤਾਜ਼ਾ ਭੁਗਤ ਕੇ ਆਏ ਹਾਂ, ਔਰ ਅੱਗੇ ਵੀ ਭੁਗਤਣਾ ਪੈਣਾ, ਤਰੀਕਾਂ ਵੀ ਭੁਗਤਣੀਆਂ ਪੈਣੀਆਂ, ਸਭ ਕੁਝ ਹੋਣਾ। ਸੋ ਕਹਿਣ ਦਾ ਇਹ ਮਤਲਬ ਆ ਵੀ ਇਸ ਸੰਘਰਸ਼ ਨੂੰ ਅਗਰ ਆਪਾਂ ਤਗੜਾ ਕਰਨਾ ਤੇ ਦਿੱਲੀ ਵੱਲ ਨੂੰ ਕੂਚ ਕਰਨੀ ਪੈਣੀ ਆ। ਇੱਥੇ ਗਰਮ ਹੋਣ ਦਾ, ਠੰਡੇ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ। ਇੱਥੇ ਜੋ ਮਰਜ਼ੀ ਕਰੀ ਚੱਲੋ, ਇਹਨਾਂ ਤੇ ਕੋਈ ਅਸਰ ਨਹੀਂ ਹੈਗਾ। ਅਸੀਂ ਵੇਖ ਲਿਆ, ਤੁਹਾਡੇ ਸਾਹਮਣੇ ਮਾੜੀ ਮੋਟੀ ਹਿਲਜੁਲ ਉਸੇ ਕਰਕੇ ਹੋਈ ਜਿਸ ਦਿਨ ਉੱਥੇ ਪਹੁੰਚੇ, ਔਰ ਜਿਸ ਦਿਨ ਆਪਾਂ ਉੱਥੇ ਪਹੁੰਚ ਜਾਾਂਗੇ ਉਸ ਦਿਨ ਆਪਾਂ ਇਹਦੇ ਵਿੱਚ ਕਾਮਯਾਬ ਹੋ ਜਾਵਾਂਗੇ। ਯੂਥ ਕਾਂਗਰਸ ਦੀ ਕੀ ਰਹੇਗੀ ਅਗਲੀ ਰਣਨੀਤੀ ਜੀ? ਇਹ ਲੜਾਈ ਕਿਉਂਕਿ ਬਹੁਤ ਲੰਬੀ ਆ, ਬਹੁਤ ਲੰਬੀ ਲੜਾਈ ਆ। ਅਸੀਂ ਇਸ ਚੀਜ਼ ਨੂੰ ਆਪਣੇ ਪ੍ਰੋਟੈਸਟ ਕਰਦੇ ਰਵਾਂਗੇ, ਨਵੇਂ ਇਨੋਵੇਟਿਵ ਵੇਜ਼ ਨਾਲ ਕਰਦੇ ਰਵਾਂਗੇ, ਨਵੇਂ ਤਰੀਕਿਆਂ ਨਾਲ ਕਰਦੇ ਰਵਾਂਗੇ, ਜਿਹਦੇ ਨਾਲ ਇਹ ਸਰਕਾਰ ਨੂੰ ਜਗਾ ਸਕੀਏ। ਔਰ ਇਹੀ ਸਾਡੀ ਕੋਸ਼ਿਸ਼ ਰਹੂਗੀ ਵੀ ਹਰ ਹਾਲ ਦੇ ਵਿੱਚ ਇਸ ਸਰਕਾਰ ਨੂੰ ਜਗਾ ਕੇ, ਇਹਨਾਂ ਦੇ ਹੰਕਾਰ ਨੂੰ ਤੋੜ ਕੇ ਇਸ ਕਾਨੂੰਨ ਨੂੰ ਕਿਸੇ ਤਰ੍ਹਾਂ ਵਾਪਸ ਕਰੀਏ। ਲਾਮਬੰਦ ਕਰਾਂਗੇ, ਧਰਨੇ ਵੀ ਕਰਾਂਗੇ, ਔਰ ਇੱਕ ਸੰਘਰਸ਼ ਜਿੱਥੇ ਤੱਕ ਅਸੀਂ ਲੈ ਕੇ ਜਾ ਸਕਾਂਗੇ, ਇਸ ਸੰਘਰਸ਼ ਨੂੰ ਅਸੀਂ ਉਹ ਕਰਾਂਗੇ। ਥੋੜੀ ਬਹੁਤੀ ਜਾਗੀ ਸੈਂਟਰ ਸਰਕਾਰ ਕਿ ਨਹੀਂ? ਤੁਸੀਂ ਬੈਟਰ ਜੱਜ ਹੋ, ਤੁਸੀਂ ਮੀਡੀਆ ਹੋ, ਤੁਸੀਂ ਦੇਖ ਸਕਦੇ ਹੋ। ਮੂਵਮੈਂਟ ਵਿੱਚ ਤਾਂ ਆਏ ਹੀ ਆ। ਪ੍ਰਾਈਮ ਮਿਨਿਸਟਰ ਨੂੰ ਬੋਲਣਾ ਪੈ ਰਿਹਾ, ਸੈਂਟਰ ਦੇ ਵਿੱਚ ਵਜ਼ੀਰਾਂ ਨੂੰ ਆਉਣਾ ਪੈ ਰਿਹਾ, ਵਜ਼ੀਰਾਂ ਨੂੰ ਗੱਲ ਕਰਨੀ ਪੈ ਰਹੀ ਆ, ਲੋਕਾਂ ਦੇ ਵਿੱਚ ਜਾਣ ਦੀ ਗੱਲ ਕਰ ਰਹੇ ਆ। ਤਾਂ ਸ਼ਾਇਦ ਕਿਤੇ ਨਾ ਕਿਤੇ ਥੋੜੀ ਬਹੁਤੀ ਹਿਲਜੁਲ ਤਾਂ ਹੋਈ ਆ। ਥੈਂਕ ਯੂ ਭਾਜੀ। ਬਰਿੰਦਰ ਸਿੰਘ ਢਿੱਲੋਂ ਪੰਜਾਬ ਕਾਂਗਰਸ ਯੂਥ ਪ੍ਰੈਜ਼ੀਡੈਂਟ, ਔਰ ਜਿੱਥੋਂ ਤੱਕ ਮਸਲਾ ਪੰਜਾਬ ਦੀ ਕਿਸਾਨੀ, ਉਹ ਕਿਉਂਕਿ ਪੰਜਾਬ ਦੀ ਪਹਿਚਾਣ ਹੀ ਹੈ ਖੇਤੀ, ਔਰ ਜੇ ਖੇਤੀ ਵੀ ਪੰਜਾਬ ਕੋਲੋਂ ਖੋਈ ਗਈ ਤੇ ਫਿਰ ਪੰਜਾਬ ਦੇ ਪੱਲੇ ਕੁਝ ਨਹੀਂ ਬਚਣਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਬੀ ਨਿਊਜ਼, ਚੰਡੀਗੜ੍ਹ।